ਇਹ ਕਹਿੰਦਾ ਹੈ ਪ੍ਰੈਸ ਦੇ ਵਿੱਚ ਵੀ ਮੈਂ ਆਨਰਸ ਕੀਤੀ ਹੋਈ ਹੈ, ਇਸਨੇ ਕੀਤੀ ਨਹੀਂ ਹੋਈ, ਝੂਠਾ ਹੈਗਾ ਹੈ। ਅੱਜ ਤੋਂ 25-30 ਸਾਲ ਪਹਿਲੇ ਖਾਲਸਾ ਕਾਲਜ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਪੰਜਾਬੀ ਆਨਰਸ ਦੀ ਮਿਲ ਜਾਂਦੀ ਸੀ ਜਿਹੜੇ ਬਿਲਕੁਲ ਨਿਖਿੱਧ ਹੁੰਦੇ ਸਨ। ਫਸਟ ਈਅਰ ਤੇ ਡ੍ਰੌਪ ਆਊਟ ਹੈਗਾ ਹੈ, ਇਹਨੇ ਪੰਜਾਬੀ ਪੜ੍ਹੀ ਕੋਈ ਨਹੀਂ। ਔਰ ਦੇਖੋ ਗਜ਼ਬ ਦੀ ਗੱਲ, ਦਿੱਲੀ ਗੁਰਦੁਆਰਾ ਕਮੇਟੀ ਦੇ ਅਧੀਨ ਚੱਲਦੇ ਹੋਏ ਸੁੱਖੋ ਸਕੂਲ ਦੇ ਵਿੱਚ ਜਾ ਕੇ ਸਵੇਰੇ ਇਹ ਆਪਣੇ ਨਾਂ ਦਾ ਪ੍ਰਿੰਸੀਪਲ ਨੂੰ ਧਮਕਾ ਕੇ ਸਰਟੀਫਿਕੇਟ ਲੈ ਕੇ ਆਇਆ ਵੀ ਮੈਂ ਪੰਜਾਬੀ ਪੜ੍ਹਿਆ ਹੈ। ਅਸੀਂ ਹੋਰ ਵੀ ਡਾਇਰੈਕਟਰ ਸਾਹਿਬ ਨੂੰ ਕਿਹਾ ਵੀ ਮੈਨੂੰ ਸ਼ੱਕ ਹੈਗਾ ਇਹ ਰਹਿਤ ਮਰਿਆਦਾ ਰੱਖਦਾ ਕਿ ਨਹੀਂ ਰੱਖਦਾ, ਇਸ ਦੀ ਵੀਡੀਓਗ੍ਰਾਫੀ ਸਰੀਰ ਦੀ ਕੀਤੀ ਜਾਏ। ਮੈਨੂੰ ਸ਼ੱਕ ਹੈਗਾ ਇਹ ਪੂਰਾ ਗੁਰਸਿੱਖ ਨਹੀਂ ਹੈਗਾ। ਹੁਣ ਤੇ ਹਾਈ ਕੋਰਟ ਨੇ ਰਸਤਾ ਖੋਲ੍ਹ ਦਿੱਤਾ ਹੈ, ਜਿਹੜੇ ਮੈਂਬਰ ਨਹੀਂ ਪੜ੍ਹ ਸਕਦੇ, ਗੁਰੂ ਗ੍ਰੰਥ ਸਾਹਿਬ ਤੋਂ ਪਾਠ ਨਹੀਂ ਕਰ ਸਕਦੇ, ਉਹਨਾਂ ਦੀਆਂ ਮੈਂਬਰੀਆਂ ਰਿਜੈਕਟ ਹੋਣਗੀਆਂ, ਭਾਵੇਂ ਜੋ ਮਰਜ਼ੀ ਹੋ ਜਾਏ। ਗੁਰੂ ਗ੍ਰੰਥ ਸਾਹਿਬ ਤੋਂ ਇੱਕ ਅੰਗ ਦੀ ਫੋਟੋ ਕਾਪੀ ਕਰਕੇ ਇਹਦੇ ਅੱਗੇ ਪੇਜ ਰੱਖਿਆ ਵੀ ਪੜ੍ਹੋ ਜੀ, ਇਹ ਬਿਲਕੁਲ ਨਹੀਂ ਪੜ੍ਹ ਸਕਿਆ। ਇਹਨੂੰ ਇਹ ਤੇ ਪਤਾ ਲੱਗ ਗਿਆ ਵੀ ਇਹ ਪੰਜਾਬੀ 'ਚ ਲਿਖਿਆ ਹੋਇਆ ਹੈ, ਗੁਰਮੁਖੀ 'ਚ ਹੈਗਾ, ਪਰ ਇਹਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਕੀ ਲਿਖਿਆ। ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਪਾਠ ਨਹੀਂ ਕਰ ਸਕਦੇ, ਉਹਨਾਂ ਨੇ ਕਿਹਾ ਜੀ ਤੁਸੀਂ ਲਿਖ ਕੇ ਦੇ ਦਿਓ, ਤੇ ਇਹ ਜਿਹੜਾ ਹੈਗਾ ਤੁਸੀਂ ਨਹੀਂ ਲਿਖ ਸਕਦੇ। ਇਹਨੇ ਉਹ ਜਿਹੜੀ ਚਿੱਠੀ ਲਿਖੀ ਹੈ ਉਹ ਵੀ ਟੁੱਟੀ ਫੁੱਟੀ ਲਿਖੀ ਹੈ, ਉਹ ਲਿਖ ਵੀ ਨਹੀਂ ਸਕਿਆ। सर कल जिस तरीके से डायरेक्टर गुरुद्वारे के ऑफिस के अंदर जो कुछ हुआ, क्या कहेंगे उसको देखते हुए पंजाब में? देखो जी, कल डायरेक्टर गुरुद्वारा इलैक्शंस ने ਸਮਨਿੰਗ ਕੀਤੀ ਸੀ ਸਰਸੇ ਦੀ ਵੀ, ਕਿਉਂਕਿ ਹਾਈ ਕੋਰਟ ਦੇ ਹੁਕਮ ਸਨ ਬਈ ਤੁਸੀਂ ਦੱਸੋ, ਇਹ ਟੈਸਟ ਲਵੋ ਵੀ ਸਰਸੇ ਨੂੰ ਗੁਰਮੁਖੀ ਪੜ੍ਹਨੀ ਆਉਂਦੀ ਹੈ ਕਿ ਨਹੀਂ ਆਉਂਦੀ। ਸੋ ਡਾਇਰੈਕਟਰ ਸਾਹਿਬ ਨੇ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਸਰਸੇ ਨੂੰ ਕੱਲ੍ਹ ਬੁਲਾਇਆ। 4:30 ਵਜੇ ਸਰਸਾ ਉੱਥੇ ਆ ਗਿਆ। ਐਜ਼ ਏ ਪਟੀਸ਼ਨਰ ਮੈਨੂੰ ਇਸ ਗੱਲ ਦੀ ਇਜਾਜ਼ਤ ਮਿਲੀ ਵੀ ਮੈਂ ਵੀ ਉੱਥੇ ਬੈਠ ਸਕਦਾ, ਅਤੇ ਮੈਂ ਉੱਥੇ ਬੈਠਾ। ਇਸਨੇ ਪਹਿਲੇ ਤਾਂ ਬੜੀ ਬਹਿਸ ਬਵਾਸਾ ਕੀਤਾ ਡਾਇਰੈਕਟਰ ਨਾਲ, ਫਿਰ ਅਖੀਰ 'ਚ ਉਹਨਾਂ ਕਿਹਾ ਜੀ ਹਾਈ ਕੋਰਟ ਦੇ ਆਰਡਰ ਹਨ, ਤੁਸੀਂ ਦੇਣਾ ਤੇ ਦਿਓ, ਨਹੀਂ ਦੇਣਾ ਤੇ ਨਾ ਦਿਓ। ਫਿਰ ਇਹ ਮੰਨ ਗਿਆ, ਕਹਿੰਦਾ ਜੀ ਲਵੋ ਜੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਅੰਗ ਦੀ ਫੋਟੋ ਕਾਪੀ ਕਰਕੇ ਇਹਦੇ ਅੱਗੇ ਪੇਜ ਰੱਖਿਆ ਵੀ ਪੜ੍ਹੋ ਜੀ, ਇਹ ਬਿਲਕੁਲ ਨਹੀਂ ਪੜ੍ਹ ਸਕਿਆ ਕੁਛ ਵੀ। ਇਹਨੂੰ ਇਹ ਤਾਂ ਪਤਾ ਲੱਗ ਗਿਆ ਵੀ ਇਹ ਪੰਜਾਬੀ 'ਚ ਲਿਖਿਆ ਹੋਇਆ ਹੈ, ਗੁਰਮੁਖੀ 'ਚ ਹੈਗਾ, ਪਰ ਇਹਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਕੀ ਲਿਖਿਆ ਹੈ, ਪੜ੍ਹ ਨਹੀਂ ਸਕਿਆ ਹੈ। ਅਟਕ ਕੇ 5-6 ਲਾਈਨਾਂ ਇਸਨੇ 10-15 ਮਿੰਟ ਲਗਾ ਤੇ ਪੜ੍ਹ ਨਹੀਂ ਸਕਿਆ ਹੈ, ਔਰ ਜੋ ਵੀ ਪੜ੍ਹਿਆ ਗਲਤ ਪੜ੍ਹਿਆ। ਇਹ ਬੜੇ ਅਫਸੋਸ ਦੀ ਗੱਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਇੱਕ ਬੰਦੇ ਨੂੰ ਥੋਪ ਦੇਣਾ ਪਿਛਲੇ 9 ਸਾਲ ਤੋਂ ਬਾਦਲਾਂ ਵੱਲੋਂ, ਔਰ ਉਹ ਗੁਰਮੁਖੀ ਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਨਹੀਂ ਕਰ ਸਕਦਾ। ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਪਾਠ ਨਹੀਂ ਕਰ ਸਕਦੇ ਤੇ ਤੁਸੀਂ ਉਹਨੇ ਲਿਖ ਕੇ ਦਿਓ। ਉਹਨਾਂ ਨੇ ਇੱਕ ਅੰਗ ਹੋਰ ਦਿੱਤਾ। ਜਦ ਉਹਨਾਂ ਨੇ ਅੰਗ ਇਹਨੂੰ ਕਿਹਾ ਜੀ ਇਹ ਲਿਖੋ ਜੀ, ਕਹਿੰਦਾ ਜੀ ਮੈਂ ਤਾਂ ਨਹੀਂ ਲਿਖਦਾ। ਉਹਨਾਂ ਨੇ ਕਿਹਾ ਜੀ ਤੁਸੀਂ ਨਹੀਂ ਲਿਖਦੇ ਤੇ ਮੈਂ ਤੁਹਾਨੂੰ ਆਫਰ ਹੋਰ ਦੇਣਾ, ਹੋਰ ਕੋਈ ਅੰਗ ਤੁਸੀਂ ਆਪਣੇ ਕੋਲੋਂ ਵੀ ਦੱਸ ਸਕਦੇ ਹੋ ਜਿਹੜਾ ਤੁਸੀਂ ਲਿਖ ਸਕਦੇ ਹੋ। ਐਨੀ ਮੈਂ ਤਿਆਰ ਹੈਗਾ, ਮੈਂ ਹੁਣੇ ਕੱਢ ਕੇ ਐਪ 'ਚੋਂ ਤੇ ਉਹ ਪੇਜ ਤੁਹਾਡੇ ਅੱਗੇ ਰੱਖ ਦੇਣਾ। ਇਸ ਨੇ ਮਨਾ ਕਰ ਦਿੱਤਾ ਜੀ, ਨਾ ਮੈਂ ਲਿਖਦਾ ਨਾ ਮੈਂ ਲਿਖਾਂਗਾ, ਹੈ ਜੀ, ਅਤੇ ਤੁਸੀਂ ਜੋ ਲੈਣਾ ਕਰਨਾ ਕਰ ਲਓ। ਉਹਨਾਂ ਨੇ ਕਿਹਾ ਜੀ ਤੁਸੀਂ ਲਿਖ ਕੇ ਦੇ ਦਿਓ, ਅਤੇ ਇਹ ਜਿਹੜਾ ਹੈਗਾ ਤੁਸੀਂ ਨਹੀਂ ਲਿਖ ਸਕਦੇ। ਇਹਨੇ ਉਹ ਜਿਹੜੀ ਚਿੱਠੀ ਲਿਖੀ ਹੈ ਉਹ ਵੀ ਟੁੱਟੀ ਫੁੱਟੀ ਲਿਖੀ ਹੈ, ਉਹ ਲਿਖ ਵੀ ਨਹੀਂ ਸਕਿਆ। ਇਹ ਕਹਿੰਦਾ ਹੈ ਪ੍ਰੈਸ ਦੇ ਵਿੱਚ ਵੀ ਮੈਂ ਆਨਰਸ ਕੀਤੀ ਹੋਈ ਹੈ, ਇਸਨੇ ਕੀਤੀ ਨਹੀਂ ਹੋਈ, ਝੂਠਾ ਹੈਗਾ ਹੈ। ਇਸਨੇ ਫਸਟ ਈਅਰ ਦਾ ਇਹ ਡ੍ਰੌਪ ਆਊਟ ਸਟੂਡੈਂਟ ਹੈਗਾ। ਅੱਜ ਤੋਂ 25-30 ਸਾਲ ਪਹਿਲੇ ਖਾਲਸਾ ਕਾਲਜ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਪੰਜਾਬੀ ਆਨਰਸ ਦੀ ਮਿਲ ਜਾਂਦੀ ਸੀ ਜਿਹੜੇ ਬਿਲਕੁਲ ਨਿਖਿੱਧ ਹੁੰਦੇ ਸਨ, ਜਿਨ੍ਹਾਂ ਪੰਜਾਬੀ ਪੜ੍ਹੀ ਨਹੀਂ ਸੀ ਹੁੰਦੀ। ਫਸਟ ਈਅਰ ਤੇ ਡ੍ਰੌਪ ਆਊਟ ਹੈਗਾ ਹੈ, ਇਹਨੇ ਪੰਜਾਬੀ ਪੜ੍ਹੀ ਕੋਈ ਨਹੀਂ। ਔਰ ਦੇਖੋ ਗਜ਼ਬ ਦੀ ਗੱਲ, ਦਿੱਲੀ ਗੁਰਦੁਆਰਾ ਕਮੇਟੀ ਦੇ ਅਧੀਨ ਚੱਲਦੇ ਹੋਏ ਸੁੱਖੋ ਸਕੂਲ ਦੇ ਵਿੱਚ ਜਾ ਕੇ ਸਵੇਰੇ ਇਹ ਆਪਣੇ ਨਾਂ ਦਾ ਪ੍ਰਿੰਸੀਪਲ ਨੂੰ ਧਮਕਾ ਕੇ ਸਰਟੀਫਿਕੇਟ ਲੈ ਕੇ ਆਇਆ ਵੀ ਮੈਂ ਪੰਜਾਬੀ ਪੜ੍ਹਿਆ ਆਇਆ ਜੀ। ਜਸਟ ਇਮੈਜਿਨ, ਆਪਣੇ ਸਕੂਲ ਕੋਲੋਂ ਇਹ ਸਰਟੀਫਿਕੇਟ ਲੈ ਕੇ ਆ ਰਿਹਾ ਮੈਂ ਪੰਜਾਬੀ ਪੜ੍ਹਿਆ ਆ। ਇਹ ਜੀਆਂ ਹਰਕਤਾਂ, ਨੌਸਰਬਾਜੀ,
एक परजरी का केस ਜਿਹੜਾ ਇਸ 'ਤੇ ਬਣਦਾ ਹੈ। ਅਸੀਂ ਹੋਰ ਵੀ ਡਾਇਰੈਕਟਰ ਸਾਹਿਬ ਨੂੰ ਕਿਹਾ ਵੀ ਮੈਨੂੰ ਸ਼ੱਕ ਹੈਗਾ ਇਹ ਰਹਿਤ ਮਰਿਆਦਾ ਰੱਖਦਾ ਕਿ ਨਹੀਂ ਰੱਖਦਾ, ਇਸ ਦੀ ਵੀਡੀਓਗ੍ਰਾਫੀ ਸਰੀਰ ਦੀ ਕੀਤੀ ਜਾਏ, ਮੈਨੂੰ ਸ਼ੱਕ ਹੈਗਾ ਇਹ ਪੂਰਾ ਗੁਰਸਿੱਖ ਨਹੀਂ ਹੈਗਾ ਹੈ। ਪਰ ਡਾਇਰੈਕਟਰ ਸਾਹਿਬ ਨੇ ਮੇਰੀ ਮੰਗ ਨੂੰ ਨਹੀਂ ਮੰਨਿਆ, ਸਵੀਕਾਰ ਕਰਤਾ, ਇਨਕਾਰ ਕਰਤਾ। ਪਰ ਸਾਡਾ ਇਹ ਕਹਿਣਾ ਹੈ ਇਹ ਜੇ ਬੰਦੇ ਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਉੱਪਰ ਬੈਠਣਾ ਔਰ ਸਿੱਖਾਂ ਦੇ ਮਸਲਿਆਂ ਦੇ ਉੱਪਰ ਡਿਸਕਸ਼ਨ ਕਰਨੀ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਨਾ ਪੜ੍ਹਨਾ ਆਉਂਦਾ ਨਾ ਗੁਰਮੁਖੀ ਲਿਖਣੀ ਆਉਂਦੀ ਹੈ, ਇੱਕ ਬੜਾ ਵੱਡਾ ਅਨਰਥ ਹੈਗਾ, ਘੋਰ ਪਾਪ ਹੈਗਾ ਜਿਹੜਾ ਸਿੱਖਾਂ ਨੇ ਬਾਦਲਾਂ ਨੇ ਦਿੱਲੀ ਦੇ ਸਿੱਖਾਂ ਨਾਲ ਕੀਤਾ। ਮੈਂ ਦੀ ਡਾਇਰੈਕਟਰ ਸਾਹਿਬ ਅੱਗੇ ਪੁਰਜ਼ੋਰ ਅਪੀਲ ਕਰਦਾ ਫੌਰੀ ਤੌਰ 'ਤੇ ਇਹਦੀ ਮੈਂਬਰ ਬਣਨ ਦੀ ਦਰਖਾਸਤ ਜਿਹੜੀ ਹੈ ਜਾਂ SCPC ਦੀ ਜੋ ਐਪਲੀਕੇਸ਼ਨ ਹੈਗੀ ਇਸ ਨੂੰ ਰਿਜੈਕਟ ਕੀਤਾ ਜਾਏ ਇਮੀਡੀਏਟਲੀ। ਸਰ ਤੁਹਾਨੂੰ ਨਹੀਂ ਲੱਗਦਾ ਕਿ ਇਲੈਕਸ਼ਨ ਜਦੋਂ ਹੁੰਦੇ ਨੇ, ਜਦੋਂ ਨੋਮੀਨੇਸ਼ਨ ਫਾਈਲਾਂ ਹੁੰਦੀਆਂ ਨੇ, ਉਦੋਂ ਵੀ ਜਿਹੜੇ ਮੈਂਬਰ ਨੋਮੀਨੇਸ਼ਨ ਫਾਈਲ ਕਰਦੇ ਨੇ ਉਹਨਾਂ ਨੂੰ ਗੁਰਮੁਖੀ ਪੜ੍ਹਾ ਕੇ ਵੇਖਣੀ ਚਾਹੀਦੀ ਹੈ, ਲਿਖਾ ਕੇ। ਇਸ ਵਾਰ ਕੀਤਾ ਵੀ ਸੀ ਲੇਕਿਨ ਹਾਲੇ ਵੀ ਕਈ ਮੈਂਬਰ ਨੇ ਜਿਹੜੇ ਨਹੀਂ ਪੜ੍ਹ ਸਕਦੇ। ਇਹ ਹਾਈ ਕੋਰਟ ਨੇ ਰਸਤੇ ਖੋਲ੍ਹ ਦਿੱਤੇ ਨੇ। ਇਸ ਨੇ ਇੱਕ ਇਹ ਵੀ ਗੱਲ ਕਹੀ ਸੀ ਜੀ ਇਹ ਦਿਖਾਓ ਇਹ ਬਾਣੀ ਕਿਵੇਂ ਤੁਸੀਂ ਪੜ੍ਹਾ ਰਹੇ ਹੋ। ਡਾਇਰੈਕਟਰ ਸਾਹਿਬ ਨੇ ਕਿਹਾ ਗੁਰਬਾਣੀ ਜਿਹੜੀ ਹੈਗੀ ਮੋਸਟ ਅਥੈਂਟੀਕੇਟਡ ਗੁਰਮੁਖੀ ਹੈਗੀ, ਇਸ ਕਰਕੇ ਅਸੀਂ ਗੁਰਬਾਣੀ ਪੜ੍ਹਾ ਰਹੇ ਹਾਂ। ਔਰ ਦੂਸਰੀ ਗੱਲ ਹੈ ਵੀ 8-10 ਦਿਨ ਪਹਿਲਾਂ ਜਦ ਪਰਮਜੀਤ ਸਿੰਘ ਸਰਨਾ ਆਪਣਾ ਨੋਮੀਨੇਸ਼ਨ ਭਰਨ ਗਿਆ ਸੀ ਉਸ ਕੋਲ ਵੀ ਇੰਜਾਫ ਸਾਹਿਬ ਸਰਵਣ ਕਰਾਇਆ ਗਿਆ ਸੀ ਵੀ ਪੜ੍ਹ ਕੇ ਸੁਣਾ ਦੋ, ਫਿਰ ਲਿਖ ਕੇ ਦੱਸ ਦੋ। ਉਹਨਾਂ ਪੜ੍ਹਿਆ ਵੀ ਹੈ ਅਤੇ ਲਿਖਿਆ ਵੀ ਹੈਗੀ। ਹੁਣ ਕਿਉਂਕਿ ਅਸੀਂ ਕਰ ਰਹੇ ਹਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਹੁਣ ਤਾਂ ਹਾਈ ਕੋਰਟ ਨੇ ਰਸਤਾ ਖੋਲ੍ਹ ਦਿੱਤਾ ਹੈ। ਜਿਹੜੇ ਮੈਂਬਰ ਨਹੀਂ ਪੜ੍ਹ ਸਕਦੇ, ਗੁਰੂ ਗ੍ਰੰਥ ਸਾਹਿਬ ਤੋਂ ਪਾਠ ਨਹੀਂ ਕਰ ਸਕਦੇ, ਉਹਨਾਂ ਦੀਆਂ ਮੈਂਬਰੀਆਂ ਰਿਜੈਕਟ ਹੋਣਗੀਆਂ ਭਾਵੇਂ ਜੋ ਮਰਜ਼ੀ ਹੋ ਜਾਏ। ਸਰ ਅੱਗੇ ਕੀ ਰਹਿਣ ਵਾਲਾ ਹੈ ਹੁਣ? ਅੱਗੇ ਤਾਂ ਹੁਣ ਦੇਖੋ ਜੀ ਹੁਣ ਕੀ ਹਾਈ ਕੋਰਟ ਫੈਸਲਾ ਕੀ ਲੈਂਦਾ ਹੈ, ਇਹਦੇ ਬੜੇ ਦੂਰ ਅੰਗਾਮੀ ਜਿਹੜੇ ਨਤੀਜੇ ਜਿਹੜੇ ਨੇ ਇਸ ਚੀਜ਼ ਦੇ ਨਿਕਲਣਗੇ। ਔਰ ਜਿਹੜੇ ਬੰਦੇ ਆਪਣਾ ਧੋਖਾ ਕਰਕੇ ਮੈਂਬਰ ਬਣਦੇ ਨੇ ਉਹਨਾਂ ਦੇ ਉੱਪਰ रोक लगेगी। क्या है कि लगता नहीं है कि कोर्ट के अंदर मामला है और कोर्ट के अंदर ही इन सब चीज़ों का विचार होना चाहिए था, आप अभी खुलासा कर रहे हैं? देखिए मैंने कोई कोर्ट के फैसले के बारे में टिप्पणी नहीं करी। मैंने तो जो हुआ वो आपको बयान कर दिया। ना मैंने फैसले के बारे में कहा, ना मैंने कोर्ट के बारे में कुछ कहा, ना मैंने डायरेक्टर के रवैये के बारे में कहा। जो हुआ है वो तो बताना मेरा फ़र्ज़ है, संगत को जानकारी देनी फ़र्ज़ है, इसमें तो कोई है नहीं है। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।